ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰ ਰਹੇ ਸੀ ਪੰਜਾਬੀ ਪਾਠ ਪੁਸਤਕ ਪੁੰਦਰਿਕ ਦਾ 15ਵਾਂ ਲੈਸਨ ਬੇਟੀ ਬਚਾਓ ਬੇਟੀ ਪੜ੍ਹਾਓ। ਹਾਂਜੀ, 15ਵਾਂ ਲੈਸਨ ਬੇਟੀ ਬਚਾਓ ਬੇਟੀ ਪੜ੍ਹਾਓ ਬਾਰੇ ਪੜ੍ਹਿਆ ਸੀ ਆਪਾਂ। ਪਹਿਲੀ ਵੀਡੀਓ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜੇ ਦੋ ਬੱਚੇ ਨੇ ਇਆਨ ਅਤੇ ਅਨਵੀ, ਉਹ ਆਪਣੇ ਸਕੂਲ ਗਏ ਨੇ। ਉਹਨਾਂ ਨੂੰ ਸਕੂਲ ਕੁਛ ਬਦਲਿਆ ਜਿਹਾ ਨਜ਼ਰ ਆ ਰਿਹਾ ਵਾ, ਅਤੇ ਉੱਥੇ ਓਪਰੇ ਬੰਦੇ ਨੇ ਜਿਹੜੇ ਸਫਾਈ ਕਰ ਰਹੇ ਨੇ, ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ। ਪਰ ਉਹ ਕੁਛ ਕਹੇ ਬਗੈਰ ਆਪਣੀ ਕਲਾਸਾਂ ਵਿੱਚ ਚਲੇ ਜਾਂਦੇ ਨੇ, ਅਤੇ ਕਲਾਸਾਂ ਵਿੱਚ ਜਦੋਂ ਆਪਣੀ ਪ੍ਰਾਰਥਨਾ ਸਭਾ ਵਿੱਚ ਆਉਂਦੇ ਨੇ ਤਾਂ ਉੱਥੇ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਦੱਸਦੇ ਨੇ ਉਹਨਾਂ ਨੂੰ, ਬੱਚਿਆਂ ਨੂੰ, ਕਿ ਇਹ ਕਿੱਥੋਂ ਆਏ ਹੋਏ ਨੇ। ਭਾਰਤ ਵਿਕਾਸ ਪਰਿਸ਼ਦ ਵੱਲੋਂ ਆਏ ਹਨ। ਅਤੇ ਇਹ ਕੀ ਇਹਨਾਂ ਦਾ ਕੰਮ ਕੀ ਹੈ? ਇਹ ਪਰਿਸ਼ਦ ਦਾ ਇੱਕ ਸਮਾਜ ਸੇਵਾ ਸੰਸਥਾ ਵਾ। ਸਮਾਜ ਸੇਵਾ ਸੰਸਥਾ ਵੀ ਸਮਾਜ ਦੀ ਸੇਵਾ ਕਰਨ ਵਾਲੀ ਸੰਸਥਾ ਵਾ। ਅਤੇ ਇਹਨਾਂ ਨੇ ਕਈ ਅਭਿਆਨ ਵੀ ਚਲਾਏ ਨੇ, ਕਈ ਇਹਨਾਂ ਨੇ ਪ੍ਰੋਗਰਾਮ ਰੱਖੇ ਹੋਏ ਨੇ। ਉਹਨਾਂ ਦੇ ਜਿਹੜੇ ਸਕੱਤਰ ਆ ਉਹ ਆਪਣੇ ਦੱਸਦੇ ਨੇ, ਆਪਣੀ ਇਸ ਭਲਾਈ ਬਾਰੇ, ਸੰਸਥਾ ਬਾਰੇ ਦੱਸਦੇ ਨੇ ਕਿ ਭਾਰਤ ਵਿਕਾਸ ਸੰਸਥਾ ਸਮਾਜ ਅਤੇ ਲੋਕ ਭਲਾਈ ਦੇ ਕੰਮ ਕਰਦੀ ਹੈ। ਠੀਕ ਹੈ, ਅਤੇ ਉਹ ਸਕੂਲਾਂ ਵਿੱਚ ਜਾ ਕੇ ਕਈ ਪ੍ਰੋਗਰਾਮ ਵੀ ਕਰਦੀ ਹੈ। ਅਤੇ ਉਹਨਾਂ ਵਿੱਚੋਂ ਅੱਜ ਉਹਨਾਂ ਦੇ ਸਕੂਲ ਆਏ ਨੇ, ਉਹ ਕਿਹੜੇ ਕਿਹੜੇ ਅਭਿਆਨ ਕਰਨ ਆਏ ਨੇ ਇੱਥੇ? ਗੰਦਗੀ ਹਟਾਓ ਅਤੇ ਆਪਣਾ ਭਾਰਤ ਸਵੱਛ ਬਣਾਓ, ਅਤੇ ਦੂਜਾ ਬੇਟੀ ਬਚਾਓ ਬੇਟੀ ਪੜ੍ਹਾਓ। ਇਹਦੇ ਵਿੱਚ ਉਹਨਾਂ ਨੇ ਪਹਿਲੇ ਪੈਰੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਅਸੀਂ ਗੰਦਗੀ ਹਟਾ ਸਕਦੇ ਹਾਂ ਇਸ ਬਾਰੇ ਦੱਸਿਆ ਗਿਆ ਵਾ, ਅਤੇ ਸਫਾਈ ਦੇ ਕੀ ਗੁਣ ਹੁੰਦੇ ਹਨ। ਹੁਣ ਆਪਾਂ ਇਸ ਵੀਡੀਓ ਵਿੱਚ ਇਸ ਪਾਠ ਦਾ ਦੂਜਾ ਭਾਗ ਪੜ੍ਹਨਾ ਸ਼ੁਰੂ ਕਰਦੇ ਹਾਂ। ਸਭ ਬੱਚਿਆਂ ਕੋਲੋਂ ਵਾਅਦਾ ਲੈ ਕੇ ਸਤੀਸ਼ ਭਾਰਦਵਾਜ ਜੀ ਬੈਠ ਗਏ। ਫਿਰ ਉਹੀ ਸੱਜਣ ਉੱਠੇ ਅਤੇ ਉਹਨਾਂ ਨੇ ਕਿਹਾ ਕਿ ਹੁਣ ਤੁਹਾਡੇ ਨਾਲ ਸ਼੍ਰੀ ਰਜਿੰਦਰ ਕੁਮਾਰ ਜੀ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ 'ਤੇ ਕੁਝ ਗੱਲਾਂ ਕਰਨਗੇ। ਭਾਵੇਂ ਇਹ ਵਿਸ਼ਾ ਥੋੜ੍ਹਾ ਔਖਾ ਹੈ, ਫਿਰ ਵੀ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ ਤਾਂ ਸਮਝ ਆ ਜਾਵੇਗਾ। ਰਜਿੰਦਰ ਕੁਮਾਰ ਜੀ ਜਦੋਂ ਨਮਸਤੇ ਸਤਿ ਸ਼੍ਰੀ ਅਕਾਲ ਕੀਤੀ ਤਾਂ ਸਭ ਬੱਚਿਆਂ ਨੇ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ। ਉਹ ਬੋਲੇ, ਪਿਆਰੇ ਬੱਚਿਓ, ਬੇਟੀ ਪੜ੍ਹਾਓ ਬੇਟੀ ਬਚਾਓ ਸਾਡੇ ਪ੍ਰਧਾਨ ਮੰਤਰੀ ਜੀ ਦਾ ਹੀ ਨਾਅਰਾ ਹੈ। ਉਹ ਹਰ ਰੋਜ਼ ਟੀਵੀ ਰੇਡੀਓ 'ਤੇ ਆਪਣੇ ਭਾਸ਼ਣ ਵਿੱਚ ਇਸ ਨਾਅਰੇ ਨੂੰ ਬੜੀ ਬੁਲੰਦ ਆਵਾਜ਼ ਵਿੱਚ ਕਰਦੇ ਹਨ, ਕਿਉਂਕਿ ਇਹ ਨਾਅਰਾ ਦੇ ਕੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਸ ਲਈ ਮੈਂ ਸਭ ਤੋਂ ਪਹਿਲਾਂ ਬੇਟੀ ਬਚਾਓ 'ਤੇ ਹੀ ਗੱਲ ਕਰਾਂਗਾ। ਪਿਆਰੇ ਬੱਚਿਓ, ਪਿਛਲੇ ਕੁਝ ਸਾਲਾਂ ਤੋਂ ਸਾਡੇ ਪੰਜਾਬ ਕੀ ਪੂਰੇ ਦੇਸ਼ ਵਿੱਚ ਹੀ ਬੇਟੀਆਂ ਨੂੰ ਮਾਤਾ ਦੇ ਪੇਟ ਵਿੱਚ ਮਾਰਿਆ ਜਾ ਰਿਹਾ ਹੈ। ਅਰਥਾਤ ਬੇਟੇ ਦੇ ਲਾਲਚੀ ਮਾਪੇ ਬੇਟੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਉਹਨਾਂ ਦੇ ਭੈੜੇ ਨਤੀਜੇ ਆ ਰਹੇ ਹਨ। ਬੇਟਿਆਂ ਦੀ ਅਨੁਪਾਤ ਵਿੱਚ ਬੇਟੀਆਂ ਘਟ ਰਹੀਆਂ ਹਨ। ਪ੍ਰਧਾਨ ਮੰਤਰੀ ਜੀ ਦਾ ਕਹਿਣਾ ਹੈ ਕਿ ਜੋ ਬੇਟੀ ਨੂੰ ਪੂਰੇ ਸਮਾਜ ਨੂੰ ਚਲਾਉਣ ਵਾਲੀ ਹੈ, ਉਹ ਬਾਬੇ ਨਾਨਕ ਜੀ ਦੇ ਕਹਿਣ ਅਨੁਸਾਰ ਜੋ ਬੇਟੀ ਰਾਜੇ ਮਹਾਰਾਜੇ ਪੀਰ ਪੈਗੰਬਰਾਂ ਦੇਵੀ ਦੇਵਤਿਆਂ ਨੂੰ ਜਨਮ ਦੇਣ ਵਾਲੀ ਹੈ, ਉਸ ਨੂੰ ਜਨਮ ਤੋਂ ਪਹਿਲਾਂ ਹੀ ਕਿਉਂ ਮਾਰ ਦਿੱਤਾ ਜਾਂਦਾ ਹੈ। ਇਹਦੇ ਵਿੱਚ ਬੇਟਾ ਦੱਸਿਆ ਗਿਆ ਵਾ ਕਿ ਬੇਟੀ ਨੂੰ ਕੁੜੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਵਾ। ਕਿਉਂਕਿ ਜਿਹੜੀ ਕੁਛ ਮਾਪਿਆਂ ਦੀ ਜਿਹੜੀ ਸੋਚ ਹੈ, ਉਹ ਸਿਰਫ ਬੇਟਾ ਹੀ ਚਾਹੁੰਦੇ ਨੇ, ਮੁੰਡੇ ਚਾਹੁੰਦੇ ਨੇ, ਕੁੜੀਆਂ ਨਹੀਂ ਚਾਹੁੰਦੇ। ਇਸ ਕਰਕੇ ਕੁੜੀਆਂ ਨੂੰ ਮਾਰਦੇ, ਜਦ ਕਿ ਇਹਦੇ ਨਾਲ ਇਹਦਾ ਕੀ ਨੁਕਸਾਨ ਕੀ ਹੁੰਦਾ ਵਾ ਕਿ ਅਨੁਪਾਤ ਰੇਸ਼ੋ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਂਦਾ ਹੈ। ਜੇ ਮੁੰਡੇ ਹੀ ਹੋਈ ਜਾਣਗੇ, ਕੁੜੀਆਂ ਨਹੀਂ ਹੋਣਗੀਆਂ, ਅਤੇ ਸਮਾਜ ਅੱਗੋਂ ਕਿਵੇਂ ਚੱਲੇਗਾ? ਕਿਉਂਕਿ ਸਮਾਜ ਜਿਹੜਾ ਵਾ, ਸਾਡੀ ਦੁਨੀਆ ਵਾ, ਇਹ ਦੋਨਾਂ ਦੇ ਨਾਲ ਹੀ ਚੱਲਦੀ ਹੈ। ਇਸ ਕਰਕੇ ਕੀ ਹੈ ਕਿ ਕਹਿੰਦੇ ਬਾਬੇ ਨਾਨਕ ਜੀ ਨੇ ਵੀ ਕਿਹਾ ਵਾ ਕਿ ਬੇਟੀ ਰਾਜੇ ਮਹਾਰਾਜੇ ਪੀਰ ਪੈਗੰਬਰਾਂ ਦੇਵੀ ਦੇਵਤਾ ਨੂੰ ਜਨਮ ਦੇਣ ਵਾਲੀ ਹੈ, ਫਿਰ ਉਸਨੂੰ ਜਨਮ ਤੋਂ ਪਹਿਲਾਂ ਹੀ ਕਿਉਂ ਮਾਰ ਦਿੱਤਾ ਜਾਂਦਾ ਹੈ? ਇਸ ਕਰਕੇ ਉਹ ਉਹਨਾਂ ਨੂੰ ਪੁੱਛਦੇ ਪਏ ਨੇ। ਪ੍ਰਧਾਨ ਮੰਤਰੀ ਜੀ ਦਾ ਕਹਿਣਾ ਹੈ ਕਿ ਕਿਸੇ ਕਾਨੂੰਨ ਨਾਲੋਂ ਘੱਟ ਨਹੀਂ ਸੀ। ਇਸ ਲਈ ਉਹਨਾਂ ਨੇ ਇਸ ਵਾਸਤੇ ਸਖਤ ਕਾਨੂੰਨ ਬਣਾਉਂਦਿਆਂ ਕਿਹਾ ਕਿ ਜੋ ਲੋਕ ਬੇਟੀਆਂ ਨੂੰ ਮਾਤਾ ਦੀ ਪੇਟ ਵਿੱਚ ਹੀ ਮਾਰ ਰਹੇ ਹਨ, ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਿਹੜੇ ਡਾਕਟਰ ਨਰਸਾਂ ਇਸ ਕੁਕਰਮ ਮੀਨਸ ਗਲਤ ਕਰਮ, ਭੈੜੇ ਕੰਮ ਵਿੱਚ ਭਾਗੀਦਾਰ ਹਨ, ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਤਾਂ ਜੋ ਬੇਟੀਆਂ ਇਸ ਸੰਸਾਰ ਵਿੱਚ ਆ ਸਕਣ। ਇਸ ਕਾਨੂੰਨ ਦੇ ਬਣਨ ਦੀ ਦੇਰ ਸੀ ਕਿ ਅਜਿਹਾ ਕੁਕਰਮ ਕਰਨ ਵਾਲੇ ਲੋਕ ਡਰ ਗਏ, ਉਹਨਾਂ ਨੂੰ ਸਮਝ ਵੀ ਆ ਗਈ। ਇਸ ਲਈ ਅੱਜ ਮਾਪੇ ਬੇਟੀਆਂ ਨੂੰ ਜਨਮ ਦੇਣ ਵਿੱਚ ਫਖਰ ਫਖਰ ਹੁੰਦਾ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਦੇ ਅਜਿਹਾ ਕਰਨ ਨਾਲ ਬੇਟੀਆਂ ਅਤੇ ਬੇਟਿਆਂ ਦੀ ਅਨੁਪਾਤ ਵਿੱਚ ਫਿਰ ਬਰਾਬਰ ਜਿਹੀ ਹੋ ਗਈ ਹੈ। ਹੁਣ ਪਿਆਰੇ ਬੱਚਿਓ, ਗੱਲ ਹੈ ਬੇਟੀਆਂ ਨੂੰ ਪੜ੍ਹਾਉਣ ਦੀ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੇਟੀਆਂ ਨੂੰ ਬੇਟਿਆਂ ਦੇ ਵਾਂਗ ਹੀ ਪੜ੍ਹਾਉਣ।
ਬੇਟੀਆਂ ਅਰਥਾਤ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਖੂਬ ਪੜ੍ਹਨ ਲਿਖਣ ਤਾਂ ਜੋ ਮਾਂ-ਬਾਪ, ਅਧਿਆਪਕ, ਸਕੂਲ ਦਾ ਨਾਂ ਰੋਸ਼ਨ ਕਰ ਸਕਣ। ਅੱਜ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਨਿਕਲ ਰਹੀਆਂ ਹਨ। ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਮੀਨਸ ਬਰਾਬਰ ਕੰਮ ਕਰਨਾ, ਬਰਾਬਰ ਕੰਮ ਜੋੜ ਕੇ ਕੰਮ ਕਰ ਰਹੀਆਂ ਹਨ। ਅੱਜ ਕੁੜੀਆਂ ਪੁਲਿਸ, ਫੌਜ, ਵਕਾਲਤ, ਇੰਜੀਨੀਅਰਿੰਗ, ਡਾਕਟਰੀ, ਅਧਿਆਪਕ, ਕਲਾਕਾਰੀ, ਵਪਾਰ, ਗੱਲ ਕੀ ਸਭ ਪਾਸੇ ਹੱਥ ਅਜਮਾ ਰਹੀਆਂ ਹਨ। ਪ੍ਰਧਾਨ ਮੰਤਰੀ ਜੀ, ਅੱਜ ਕੁੜੀਆਂ ਪੁਲਿਸ, ਫੌਜ, ਵਕਾਲਤ, ਇੰਜੀਨੀਅਰਿੰਗ, ਡਾਕਟਰੀ, ਅਧਿਆਪਕ, ਕਲਾਕਾਰੀ, ਵਪਾਰ ਕਰਨ ਵਾਲੀ ਕੀ ਗੱਲ ਸਭ ਪਾਸੇ ਹੱਥ ਅਜਮਾ ਰਹੀਆਂ ਹਨ। ਭਾਵ ਹਰ ਖੇਤਰ ਵਿੱਚ ਕੁੜੀਆਂ ਅੱਗੇ ਵੱਧ ਕੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਜੀ ਬੇਟੀ ਪੜ੍ਹਾਓ ਦਾ ਨਾਅਰਾ ਇਸ ਕਰਕੇ ਬੁਲੰਦ ਕਰ ਰਹੇ ਹਨ ਕਿ ਹਾਲੇ ਵੀ ਕੁਝ ਪਛੜੇ ਹੋਏ ਇਲਾਕਿਆਂ ਵਿੱਚ ਕੁਝ ਪਿਛਾਂਹ ਖਿੱਚੂ ਮੀਨਸ ਪੁਰਾਣੀ ਸੋਚ, ਜਿਨ੍ਹਾਂ ਦੀ ਸੋਚ ਅੱਗੇ ਨਹੀਂ ਵੱਧਦੀ, ਉਹ ਪੁਰਾਣੇ ਹੀ ਵਿਚਾਰ ਉਹਨਾਂ ਦੇ ਹਨ ਦੀ ਧਾਰਨੀ ਬੇਟੀਆਂ ਨੂੰ ਖੂਬ ਨਹੀਂ ਪੜ੍ਹਾ ਰਹੇ। ਉਹ ਅਜਿਹਾ ਕਰਕੇ ਉਹਨਾਂ ਨੂੰ ਦਰੋਹ ਕਮਾ ਰਹੇ ਹਨ। ਦਰੋਹ ਕਮਾਉਣਾ ਮੀਨਸ ਧੋਖਾ ਦੇਣਾ, ਪਾਪ ਕਰਨਾ। ਜਿਹੜੇ ਮੁੰਡੇ ਕੁੜੀਆਂ ਵਿੱਚ ਫਰਕ ਕਰਦੇ ਨੇ ਉਹਨਾਂ ਲਈ ਕਿਹਾ ਗਿਆ ਵਾ, ਉਹਨਾਂ ਨੂੰ ਆਉਣ ਵਾਲੀ ਪੀੜ੍ਹੀਆਂ ਕਦੇ ਨਹੀਂ ਬਖਸ਼ਣਗੀਆਂ। ਬੇਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ ਨੂੰ ਪੜ੍ਹਨ ਜਾਣ ਲਈ ਮਜਬੂਰ ਕਰਨ। ਯਾਦ ਰੱਖੋ, ਅੱਜ ਦੀ ਬੇਟੀ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਪਹਿਲਾਂ ਜਿਸ ਨੂੰ ਕਮਜ਼ੋਰ ਸਮਝ ਕੇ ਘਰ ਦੀ ਚਾਰਦੀਵਾਰੀ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ, ਉਹ ਹੁਣ ਕਮਜ਼ੋਰ ਨਹੀਂ ਰਹੀ। ਉਹ ਆਪਣਾ ਹੱਕ ਲੈਣਾ ਜਾਣਦੀ ਹੈ। ਸਿਰਫ ਉਸਨੂੰ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ। ਉਸਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਾਤਾ ਦੁਰਗਾ ਵੀ ਇੱਕ ਔਰਤ ਹੀ ਸੀ, ਜਿਸ ਨੇ ਜ਼ਾਲਮਾਂ ਦਾ ਨਾਸ਼ ਕੀਤਾ ਸੀ। ਆਪਣੀ ਇੰਨੀ ਸੋਚ ਕਰਕੇ ਰਜਿੰਦਰ ਜੀ ਨੇ ਆਪਣੀ ਥਾਂ 'ਤੇ ਬੈਠ ਗਏ, ਪਰੰਤੂ ਕਿੰਨੀ ਹੀ ਦੇਰ ਤਾੜੀਆਂ ਵੱਜਦੀਆਂ ਰਹੀਆਂ। ਆਖਿਰ ਪ੍ਰਿੰਸੀਪਲ ਮੈਡਮ ਉੱਠੇ ਅਤੇ ਉਹਨਾਂ ਨੇ ਬੱਚਿਆਂ ਦੇ ਜੋਸ਼ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਨਾਲ ਹੀ ਭਾਰਤ ਵਿਕਾਸ ਪਰਿਸ਼ਦ ਦੇ ਸਮਾਜ ਸੇਵਕ ਨੂੰ ਵੀ ਜੀ ਆਇਆਂ ਕਿਹਾ ਵੀ ਸਵਾਗਤ ਕਰਨਾ। ਠੀਕ ਹੈ ਬੇਟਾ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਹੈ ਉਹ ਚੰਗੀ ਤਰ੍ਹਾਂ ਸਮਝ ਆ ਜਾਵੇਗਾ। ਤੁਸੀਂ ਇਹਦੇ ਜਿਹੜੇ ਆਪਣੇ ਸ਼ਬਦ ਅਰਥ ਹੈ ਉਹ ਆਪਣੇ ਲਰਨ ਕਰਨੇ ਆ, ਅਤੇ ਜਿਹੜਾ ਤੁਹਾਡਾ ਬਹੁ ਵਿਕਲਪੀ ਜਿਹੜੇ ਹੈਗੇ ਨੇ ਉਹ ਤੁਸੀਂ ਖੁਦ ਕਰੋਗੇ। ਜਿਵੇਂ ਜਿਵੇਂ ਤੁਸੀਂ ਪਾਠ ਨੂੰ ਸਮਝੋਗੇ, ਤੁਸੀਂ ਆਪਣਾ ਇਹ ਬਹੁ ਵਿਕਲਪੀ ਪ੍ਰਸ਼ਨ ਆ ਤੁਸੀਂ ਆਪ ਕਰੋਗੇ। ਠੀਕ ਹੈ ਬੱਚੇ, ਇਸ ਤੋਂ ਬਾਅਦ ਜਿਹੜੇ ਆਹ ਵਾਲੇ ਤੁਹਾਨੂੰ ਫਿਲਿੰਗ ਦਾ ਬਲੈਂਕਸ ਹੈ, ਇਹ ਤੁਸੀਂ ਆਪਣੀ ਬੁੱਕ ਉੱਤੇ ਹੀ ਪੈਨਸਿਲ ਦੇ ਨਾਲ ਮਾਰਕ ਕਰੋਗੇ। ਆਹ ਵੀ ਤੁਸੀਂ ਆਪਣੇ ਜਿਹੜੇ ਹੈ ਇਹ ਵੀ ਪੈਨਸਿਲ ਨਾਲ ਮਾਰਕ ਕਰੋਗੇ ਬੁੱਕ ਉੱਤੇ। ਅਤੇ ਆਹ ਵਾਲੇ ਜਿਹੜੇ ਆਪਣੇ ਪ੍ਰਸ਼ਨ ਜਿਹੜਾ ਆਪਣਾ ਪ੍ਰਸ਼ਨ ਹੈ 9 ਵਚਨ ਬਦਲੋ ਹੈ, ਇਹ ਤੁਸੀਂ ਆਪਣੀ ਪ੍ਰੈਕਟਿਸ ਕਾਪੀ 'ਤੇ ਕਰੋਗੇ, ਕਿਉਂਕਿ ਇਹਦੇ 'ਤੇ ਕੰਪਲੀਟ ਨਹੀਂ ਆਉਂਦਾ, ਪੂਰਾ ਨਹੀਂ ਨਾ ਆਉਂਦਾ। ਫਿਰ ਇਹਦੇ ਕਰਕੇ ਕੀ ਹੁੰਦਾ ਵਾ ਕਿ ਬੁੱਕ 'ਤੇ ਗੰਦ ਪੈ ਜਾਂਦਾ ਵਾ, ਇਸ ਕਰਕੇ ਨਾਲੇ ਫਿਰ ਗਲਤੀਆਂ ਦਾ ਪਤਾ ਲੱਗ ਜਾਂਦਾ। ਫਿਰ ਤੁਸੀਂ ਆਪਣੀ ਬੁੱਕ ਉੱਤੇ ਹੀ ਕਰੋਗੇ, ਕਾਪੀ 'ਤੇ, ਅਭਿਆਸ ਕੰਮ ਵਾਲੀ ਕਾਪੀ 'ਤੇ। ਇਸ ਦੇ ਨਾਲ ਹੀ ਤੁਹਾਨੂੰ ਇੱਕ ਐਸੇ ਹੈ ਪ੍ਰਦੂਸ਼ਣ ਬਾਰੇ ਪੜ੍ਹਾਂਗੇ ਆਪਾਂ। ਹੁਣ ਆਪਾਂ ਪੜ੍ਹਾਂਗੇ ਪੁੰਦਰਿਕ ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ ਵਿੱਚ ਦਰਜ ਲੇਖ ਪ੍ਰਦੂਸ਼ਣ, ਪੇਜ ਨੰਬਰ 207। ਕੋਈ ਵੀ ਲੇਖ ਹੈ ਉਹ ਮੁਸ਼ਕਿਲ ਨਹੀਂ ਹੁੰਦਾ ਜੇ ਅਸੀਂ ਉਸਨੂੰ ਇਸ ਤਰ੍ਹਾਂ ਨੁਕਤਿਆਂ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ, ਲਰਨ ਕਰੀਏ ਵੀ ਸਾਡੇ ਜਿਹੜੇ ਨੁਕਤੇ ਦਿੱਤੇ ਗਏ ਹੈ ਅਸੀਂ ਇਹਨਾਂ ਦੇ ਵਿੱਚ ਕੀ ਲਿਖਣਾ ਹੈ। ਜੇ ਅਸੀਂ ਇਸ ਆਧਾਰ 'ਤੇ ਲਿਖਾਂਗੇ, ਪਹਿਲਾਂ ਨੁਕਤੇ ਬਣਾ ਲਵਾਂਗੇ, ਫਿਰ ਉਹਨਾਂ ਪੁਆਇੰਟਸ ਨੂੰ ਉਸ ਪੁਆਇੰਟਸ 'ਤੇ ਰੀਡ ਕਰਾਂਗੇ ਅਤੇ ਸਾਨੂੰ ਈਜ਼ਲੀ ਕੋਈ ਵੀ ਲੇਖ ਹੈ, ਕੁਛ ਵੀ ਹੈ, ਸਾਨੂੰ ਯਾਦ ਹੋ ਜਾਏਗਾ। ਜ਼ਰੂਰੀ ਨਹੀਂ ਹੁੰਦਾ ਕਿ ਜੋ ਐਸੇ ਸਾਨੂੰ ਬੁੱਕ ਵਿੱਚ ਲਿਖਿਆ ਹੋਇਆ ਵਾ ਤੁਸੀਂ ਉਹੀ ਯਾਦ ਕਰਨਾ ਵਾ। ਪ੍ਰਦੂਸ਼ਣ ਤਾਂ ਅਸੀਂ ਹਰ ਰੋਜ਼ ਦੇਖਦੇ ਹਾਂ, ਪੜ੍ਹਦੇ ਹਾਂ, ਕਿਤਾਬਾਂ ਵਿੱਚ ਪੜ੍ਹਦੇ ਹਾਂ, ਅਸੀਂ ਆਪਣੇ ਚਾਰੋਂ ਦੇਖਦੇ ਹਾਂ ਕਿਵੇਂ ਕਿਸ ਤਰ੍ਹਾਂ ਦਾ ਪ੍ਰਦੂਸ਼ਣ ਹੋ ਰਿਹਾ ਵਾ, ਉਹ ਅਸੀਂ ਸਾਰਾ ਇਹਦੇ ਵਿੱਚ ਲਿਖ ਸਕਦੇ ਹਾਂ। ਚਲੋ ਪ੍ਰਦੂਸ਼ਣ ਸ਼ੁਰੂ ਕਰਦੇ ਹਾਂ ਆਪਾਂ। ਜਾਣ ਪਛਾਣ। ਪ੍ਰਦੂਸ਼ਣ ਤੋਂ ਭਾਵ ਹੈ ਵਾਯੂਮੰਡਲ ਦਾ ਗੰਦਲਾ ਹੋਣਾ। ਜਦੋਂ ਵਾਯੂਮੰਡਲ ਵਿੱਚ ਹਵਾ, ਪਾਣੀ, ਮਿੱਟੀ ਆਦਿ ਦੂਸ਼ਿਤ ਹੋ ਜਾਂਦੇ ਹਨ ਤਾਂ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਉਸੇ ਵੇਲੇ ਵਾਤਾਵਰਨ 'ਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਅਤੇ ਬਨਸਪਤੀ ਵਧਣੋਂ ਫਲਣੋਂ ਰੁਕ ਜਾਂਦੀ ਹੈ। ਜੀਵ ਜੰਤੂ ਦੇ ਲੋਕ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਪ੍ਰਦੂਸ਼ਣ ਦੇ ਵਾਧੇ ਦੇ ਕਾਰਨ। ਪ੍ਰਦੂਸ਼ਣ ਦੇ ਕਈ ਕਾਰਨ ਹਨ, ਜਿਵੇਂ ਵੱਧ ਰਹੀ ਆਬਾਦੀ, ਠੀਕ ਹੈ, ਲਗਾਤਾਰ ਵੱਧ ਰਹੇ ਕਾਰਖਾਨੇ, ਉਹਨਾਂ ਵਿੱਚੋਂ ਨਿਕਲਦਾ ਗੰਦਾ ਪਾਣੀ, ਧੂੰਆਂ, ਸੀਵਰੇਜ ਸਿਸਟਮ ਦਾ ਠੀਕ ਨਾ ਹੋਣਾ, ਖੇਤਾਂ ਵਿੱਚ ਵਰਤੀਆਂ ਕੀੜੇਮਾਰ ਦਵਾਈਆਂ, ਮਿੱਟੀ ਅਤੇ ਹਵਾ ਦਾ ਪ੍ਰਦੂਸ਼ਣ ਵਧਿਆ ਵਾ। ਇਹਦੇ ਨਾਲ ਕੀ ਖਾਦਾਂ ਨਾਲ ਮਿੱਟੀ ਅਤੇ ਹਵਾ ਦਾ ਪ੍ਰਦੂਸ਼ਣ ਵੱਧਦਾ ਵਾ। ਮੋਟਰ ਗੱਡੀਆਂ ਦੇ ਹੌਰਨ ਇਹਦੇ ਨਾਲ ਕੀ ਹੁੰਦਾ, ਹੌਰਨ ਨਾਲ ਕੀ ਹੁੰਦਾ, ਸ਼ੋਰ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ। ਕਾਰਖਾਨਿਆਂ ਦਾ ਵੱਧ ਰਿਹਾ ਸ਼ੋਰ, ਡੀਜੇ, ਸਪੀਕਰ, ਇਹ ਸਾਰੇ ਧੁਨੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਸੜਕਾਂ 'ਤੇ ਚੱਲਣ ਵਾਲੀ ਮੋਟਰ ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਦਾ ਧੂੰਆਂ ਹਵਾ ਪ੍ਰਦੂਸ਼ਣ ਲਈ ਵੱਧ ਕਰ ਰਿਹਾ ਹੈ। ਪਲਾਸਟਿਕ ਦੇ ਲਿਫਾਫੇ, ਕੰਚ ਦੀਆਂ ਬੋਤਲਾਂ, ਲੋਹਾ, ਚੀਨੀ ਦਾ ਸਮਾਨ, ਟੁੱਟਾ ਫੁੱਟਾ ਫਰਨੀਚਰ ਆਦਿ ਸਾਰੇ ਕੀ ਹੈ, ਮਿੱਟੀ ਪ੍ਰਦੂਸ਼ਣ ਪੈਦਾ ਕਰ ਰਹੇ ਹਨ। ਲਗਾਤਾਰ ਜੰਗਲਾਂ ਦੀ ਕਟਾਈ ਹੋਣ ਨਾਲ ਪ੍ਰਦੂਸ਼ਣ ਵਧਿਆ ਹੈ। ਇਹ ਕੀ ਹੈ, ਵਧਣ ਦੇ ਕਾਰਨ ਦੱਸੇ ਗਏ ਨੇ। ਹੁਣ ਇਹਨਾਂ ਨੂੰ ਅਸੀਂ ਕੋਈ ਵੀ ਚੀਜ਼ ਜੇ ਕਿਸੇ ਦਾ ਕਾਰਨ ਹੈ ਤਾਂ ਸਾਨੂੰ ਉਹਨਾਂ ਨੂੰ ਰੋਕਥਾਮ ਵੀ ਕਰਨਾ ਪਏਗਾ। ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸੁਝਾਅ। ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕਦਾ ਹੈ ਜੇ ਅਸੀਂ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੈ, ਵੱਧਦੀ ਹੋਈ ਆਬਾਦੀ ਨੂੰ ਰੋਕ ਪਾਉਣਾ। ਅਸੀਂ ਜਦ ਸਾਡੀ ਜਿਹੜੀ ਵੱਧਦੀ ਹੋਈ ਆਬਾਦੀ ਹੈ ਉਸਨੂੰ ਰੋਕ ਲਈਏ ਤਾਂ ਪ੍ਰਦੂਸ਼ਣ ਕਿਸੇ ਹੱਦ ਤੱਕ ਰੁਕ ਜਾਵੇਗਾ। ਅਤੇ ਦੂਸਰਾ, ਜਿਹੜੇ ਰੁੱਖ ਕੱਟੇ ਜਾ ਰਹੇ ਨੇ, ਜੰਗਲ ਕੱਟੇ ਜਾ ਰਹੇ ਨੇ, ਉਹਨਾਂ 'ਤੇ ਰੋਕ ਲਗਾਉਣੀ ਅਤੇ ਨਵੇਂ ਰੁੱਖ ਲਗਾਉਣੇ। ਕਾਰਖਾਨਿਆਂ ਦੀ ਚਿਮਨੀ ਨੂੰ ਉੱਚਾ ਕਰਨਾ, ਕਾਰਖਾਨੇ ਵਸੋਂ ਵਾਲੇ ਖੇਤਰ ਤੋਂ ਬਾਹਰ ਹੋਣੇ, ਕੀੜਾਮਾਰ ਦਵਾਈਆਂ ਦੀ ਅਤੇ ਖਾਦਾਂ ਦੀ ਸੰਕਚਰਮੀ ਵਰਤੋਂ ਕਰਨੀ। ਸ਼ਹਿਰਾਂ ਵਿੱਚ ਸੀਵਰੇਜ ਸਿਸਟਮ ਨੂੰ ਵਧੀਆ ਬਣਾਇਆ ਜਾਣਾ। ਗੰਦੇ ਨਾਲਿਆਂ ਦਾ ਪਾਣੀ ਦਰਿਆਵਾਂ ਵਿੱਚ ਨਾ ਸੁੱਟਿਆ ਜਾਵੇ। ਸੜਕ 'ਤੇ ਚੱਲਣ ਵਾਲੀ ਮੋਟਰ ਗੱਡੀਆਂ ਦੀ ਲਗਾਤਾਰ ਜਾਂਚ ਕੀਤੀ ਜਾਵੇ। ਪ੍ਰੈਸ਼ਰ ਹਾਰਨ, ਲਾਊਡ ਸਪੀਕਰ, ਕਾਰਖਾਨਿਆਂ ਦੇ ਸ਼ੋਰ 'ਤੇ ਰੋਕ ਲਗਾਈ ਜਾਵੇ। ਇਹਨਾਂ ਨਾਲ ਕੀ ਹੈ, ਜਿਹੜਾ ਉਚਿਤ ਕਾਰਖਾਨਿਆਂ ਦਾ ਤੇਜ਼ਾਬੀ ਪਾਣੀ ਹੈ, ਉਚਿਤ ਪ੍ਰਬੰਧ ਕੀਤਾ ਜਾਵੇ। ਜੇ ਅਸੀਂ ਇਸ ਤਰ੍ਹਾਂ ਦਾ ਕੁਝ ਅਪਣਾ ਲਈਏ ਤਾਂ ਸਾਡੇ ਜਿਹੜਾ ਪ੍ਰਦੂਸ਼ਣ ਹੈ ਉਹ ਕਿਸੇ ਹੱਦ ਤੱਕ ਰੁਕ ਸਕਦਾ ਵਾ। ਹੁਣ ਦੇਖਦੇ ਹਾਂ, ਆਪਾਂ ਪੜ੍ਹਦੇ ਹਾਂ ਪ੍ਰਦੂਸ਼ਣ ਦੇ ਨੁਕਸਾਨ। ਪ੍ਰਦੂਸ਼ਣ ਦੇ ਵਧਣ ਨਾਲ ਜ਼ੁਕਾਮ, ਖੰਘ, ਦਮਾ, ਪੇਟ ਗੈਸ, ਖੂਨ ਦਾ ਦਬਾਅ, ਸਿਰ ਦਰਦ, ਮਾਨਸਿਕ ਤਣਾਅ ਜਿਹੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ। ਜੰਗਲਾਂ ਦੀ ਕਟਾਈ ਨਾਲ ਆਕਸੀਜਨ ਗੈਸ ਦੇ ਵਧਣ ਨਾਲ ਕਾਰਬਨ ਡਾਈਆਕਸਾਈਡ ਗੈਸ ਦੇ ਵਧਣ ਨਾਲ ਬੰਦੇ ਦਾ ਇਸ ਧਰਤੀ 'ਤੇ ਜਿਉਣਾ ਮੁਹਾਲ ਹੋ ਗਿਆ ਹੈ। ਮਨੁੱਖ ਦੇ ਸਵਾਰਥ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਮੌਸਮ ਬੇਯਕੀਨੀ ਹੋ ਰਹੇ ਹਨ। ਬੇਯਕੀਨੀ ਮੀਨਸ ਪਤਾ ਹੀ ਨਹੀਂ ਲੱਗਦਾ ਕਦੋਂ ਬਾਰਿਸ਼ ਆ ਜਾਂਦੀ ਹੈ, ਜਦ ਕਿ ਬਾਰਿਸ਼ ਆਉਣ ਦਾ ਉਹ ਸਮਾਂ ਵੀ ਨਹੀਂ ਹੁੰਦਾ ਜੋ ਬਾਰਿਸ਼ ਆ ਜਾਂਦੀ ਹੈ। ਕਿੰਨੀ ਗਰਮੀ ਦੇਖੋ ਕਿੰਨੀ ਜ਼ਿਆਦਾ ਵੱਧ ਗਈ ਹੈ, ਠੀਕ ਹੈ। ਕਿਤੇ ਸੋਕਾ ਪਿਆ ਰਹਿੰਦਾ ਵਾ, ਕਿਤੇ ਹੜ੍ਹ ਆ ਜਾਂਦੇ ਨੇ। ਇਸ ਕਰਕੇ ਕਹਿੰਦੇ ਕੁਦਰਤੀ ਕਰੋਪੀਆਂ ਵੱਧ ਰਹੀਆਂ ਹਨ। ਸਾਰਾਂਸ਼, ਜੇ ਪ੍ਰਦੂਸ਼ਣ 'ਤੇ ਕਾਬੂ ਨਾ ਪਾਇਆ ਗਿਆ ਤਾਂ ਮਨੁੱਖ ਇਸ ਧਰਤੀ 'ਤੇ ਜਿਉਂਦਾ ਨਹੀਂ ਹੋ ਪਾਵੇਗਾ। ਠੀਕ ਹੈ ਬੱਚਿਓ, ਇਹ ਜਿਹੜਾ ਪ੍ਰਦੂਸ਼ਣ ਐਸੇ ਆ ਇਸ ਨੂੰ ਤੁਸੀਂ ਲਰਨ ਕਰਨਾ ਵਾ ਅਤੇ ਆਪਣੀ ਕਾਪੀ ਵਿੱਚ ਲਿਖਣਾ ਵਾ। ਕਾਪੀ ਵਿੱਚ ਸਿਰਫ ਤੁਸੀਂ ਇੰਨਾ ਆਹ ਵਾਲਾ ਹਿੱਸਾ ਲਿਖਣਾ ਵਾ, ਜ਼ਿਆਦਾ ਨਹੀਂ ਲਿਖਣਾ। ਪੂਰਾ ਪ੍ਰਦੂਸ਼ਣ ਜੇ ਤੁਹਾਡੇ ਕੋਲ ਬੁੱਕਸ ਹੈਗੀਆਂ ਨੇ ਤਾਂ ਤੁਸੀਂ ਨਹੀਂ ਲਿਖਣਾ, ਜੇ ਨਹੀਂ ਹੈ ਤਾਂ ਤੁਸੀਂ ਆਪਣਾ ਪੂਰਾ ਐਸੇ ਲਿਖੋ ਆਪਣੀ ਕਾਪੀ 'ਤੇ, ਤਾਂ ਕਿ ਤੁਸੀਂ ਆਸਾਨੀ ਨਾਲ ਬਾਅਦ ਵਿੱਚ ਯਾਦ ਕਰ ਸਕੋ। ਜੇ ਹੈ ਤਾਂ ਸਿਰਫ ਤੁਸੀਂ ਆਪਣੀ ਸਮਝਣ ਲਈ ਕਿ ਤੁਹਾਨੂੰ ਇਹ ਐਸੇ ਕਰਵਾਇਆ ਗਿਆ ਵਾ, ਯਾਦ ਰੱਖਣ ਦੇ ਲਈ ਸਿਰਫ ਇਹਦੇ ਤੁਸੀਂ ਨੁਕਤੇ ਹੀ ਲਿਖੋਗੇ। ਠੀਕ ਹੈ ਬੱਚਿਓ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਿਛਲਾ ਲੈਸਨ ਅਤੇ ਆ ਜਿਹੜਾ ਪ੍ਰਦੂਸ਼ਣ ਦਾ ਐਸੇ ਆ ਚੰਗੀ ਤਰ੍ਹਾਂ ਸਮਝ ਆ ਜਾਏਗਾ। ਜੇ ਨਹੀਂ ਆ ਰਿਹਾ ਤਾਂ ਤੁਸੀਂ ਆਪਣਾ ਚੰਗੀ ਤਰ੍ਹਾਂ ਪੜ੍ਹੋ। ਜੇ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੀ ਤੁਸੀਂ ਜਮਾਤ ਦੀ ID ਵਿੱਚ ਆਪਣੇ ਪੇਜ 'ਤੇ ਲਿਖ ਕੇ PDF ਬਣਾ ਕੇ ਤੁਸੀਂ ਭੇਜ ਸਕਦੇ ਹੋ। ਧੰਨਵਾਦ।